ਹੈਲੋ ਸਟੂਡੈਂਟਸ, ਵੈਲਕਮ ਟੂ ਮੈਥ ਵਿਦ ਸਿਮਰ। ਸੋ ਸਟੂਡੈਂਟਸ, ਪਾਰਟ ਸੈਕੰਡ ਦੇ ਵਿੱਚ ਅਸੀਂ ਸੈਟਸ ਦੀਆਂ ਟਾਈਪਸ ਸਿੱਖੀਆਂ ਸੀਗੀਆਂ ਔਰ ਇਸ ਪਾਰਟ ਦੇ ਵਿੱਚ ਵੀ ਅਸੀਂ ਸੈਟਸ ਨਾਲ ਰਿਲੇਟਡ ਕੁਝ ਕਨਸੈਪਟਸ ਬਾਰੇ ਡਿਸਕਸ ਕਰਾਂਗੇ। ਔਰ ਸਟੂਡੈਂਟਸ, ਅਗਰ ਤੁਹਾਨੂੰ ਕੋਈ ਵੀ ਡਾਊਟ ਆਉਂਦਾ ਆ ਕਿਸੇ ਵੀ ਕਨਸੈਪਟ ਦੇ ਰਿਲੇਟਡ ਦੈਨ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਕਿ ਉਹਦਾ ਅਸੀਂ ਸੋਲੂਸ਼ਨ ਕੱਢ ਸਕੀਏ। ਓਕੇ ਸਟੂਡੈਂਟ, ਸੋ ਇਹ ਉਹ ਟੌਪਿਕਸ ਹੈ ਜਿਹੜੇ ਅਸੀਂ ਅੱਜ ਕਰਨੇ ਆ। ਸਭ ਤੋਂ ਪਹਿਲੇ ਨੰਬਰ 'ਤੇ ਹੈਗਾ ਕੰਪਲੀਮੈਂਟ ਆਫ ਅ ਸੈਟ, ਫਿਰ ਅਸੀਂ ਪੜਾਂਗੇ ਯੂਨੀਅਨ ਆਫ ਟੂ ਸੈਟਸ, ਫਿਰ ਅਸੀਂ ਉਹਨਾਂ ਦੀ ਇੰਟਰਸੈਕਸ਼ਨ ਪੜਾਂਗੇ, ਫਿਰ ਡਿਫਰੈਂਸ ਔਰ ਲਾਸਟ 'ਤੇ ਅਸੀਂ ਕਰਾਂਗੇ ਵੈਨ ਡਾਇਗਰਾਮ ਜੋ ਕਿ ਮੋਸਟ ਇੰਪੋਰਟੈਂਟ ਹੈ। ਸੋ ਸਟੂਡੈਂਟਸ, ਬਾਕੀ ਸਾਰੇ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਯੂਨੀਵਰਸਲ ਸੈੱਟ ਕਿਹਨੂੰ ਕਹਿੰਦੇ ਆ। ਯੂਨੀਵਰਸਲ ਸੈੱਟ ਨੂੰ ਯੂ ਦੇ ਨਾਲ ਡਿਨੋਟ ਕਰਦੇ ਹੈ ਔਰ ਫੋਰ ਐਗਜ਼ਾਮਪਲ ਇਹਦੇ ਵਿੱਚ ਮੰਨ ਲਓ 1 2 3 4 5 ਔਰ 6 ਇਹ ਐਲੀਮੈਂਟਸ ਪ੍ਰੈਜ਼ੈਂਟ ਹੈ ਔਰ ਮੈਂ ਕੋਈ ਦੋ ਸੈੱਟ ਆਪਣੇ ਵੱਲੋਂ ਲੈ ਲੈਂਦੀ ਹਾਂ ਜੋ ਕਿ ਹੈ A, ਜਿਹਦੇ ਵਿੱਚ 1 2 ਔਰ 3 ਪ੍ਰੈਜ਼ੈਂਟ ਹੈ, ਔਰ ਦੂਸਰਾ ਸੈੱਟ ਮੈਂ ਲੈ ਲੈਂਦੀ ਹਾਂ B, ਜਿਹਦੇ ਵਿੱਚ 4 5 ਔਰ 6 ਪ੍ਰੈਜ਼ੈਂਟ ਹੈ। ਐਂਡ ਐਜ਼ ਯੂ ਕੈਨ ਸੀ ਕਿ A ਔਰ B ਯੂ ਦਾ ਹੀ ਪਾਰਟ ਹੈ, ਮਤਲਬ ਯੂ ਦੇ ਵਿੱਚ ਇਹਨਾਂ ਦੋਨਾਂ ਦੇ ਐਲੀਮੈਂਟਸ ਪ੍ਰੈਜ਼ੈਂਟ ਹੈ। A ਜੋ ਹੈ ਉਹ ਸਬਸੈਟ ਹੋ ਗਿਆ ਯੂ ਦਾ ਔਰ B ਵੀ ਸਬਸੈਟ ਹੋ ਗਿਆ ਯੂ ਦਾ। ਸੋ ਉਹ ਸੈੱਟ ਜਿਹਦੇ ਤੋਂ ਛੋਟੇ ਛੋਟੇ ਪਾਰਟਸ ਜਾਂ ਛੋਟੇ ਛੋਟੇ ਸੈੱਟਸ ਬਣੇ ਹੋਣ, ਜਾਂ ਫਿਰ ਇੱਦਾਂ ਕਹਿ ਸਕਦੇ ਹੋ ਉਹ ਯੂਨੀਵਰਸਲ ਸੈੱਟ ਹੁੰਦਾ ਆ ਜਿਹਦੇ ਵਿੱਚ ਬਾਕੀ ਸਾਰੇ ਸੈੱਟਸ ਦੇ ਐਲੀਮੈਂਟਸ ਪ੍ਰੈਜ਼ੈਂਟ ਹੋਣ, ਜਿਹੜਾ ਸਭ ਤੋਂ ਵੱਡਾ ਹੋਵੇ ਜਿਹਦੇ ਵਿੱਚ ਸਾਰੇ ਐਲੀਮੈਂਟਸ ਪ੍ਰੈਜ਼ੈਂਟ ਹੋਣ, ਦੈਟ ਇਜ਼ ਯੂਨੀਵਰਸਲ ਸੈੱਟ। ਸੋ ਸਾਡਾ ਸਭ ਤੋਂ ਪਹਿਲਾ ਟੌਪਿਕ ਹੈ ਕੰਪਲੀਮੈਂਟ ਆਫ ਅ ਸੈੱਟ। ਸਾਨੂੰ ਇੱਕ ਯੂਨੀਵਰਸਲ ਸੈੱਟ ਗਿਵਨ ਹੈ ਔਰ ਇੱਕ A ਸੈੱਟ ਗਿਵਨ ਹੈ ਔਰ ਅਸੀਂ A ਕੰਪਲੀਮੈਂਟ ਫਾਈਂਡ ਆਊਟ ਕਰਨਾ ਹੈ। ਦੇਖੋ, ਜੋ A ਸੈੱਟ ਹੈ ਉਹ ਯੂਨੀਵਰਸਲ ਸੈੱਟ ਦਾ ਹੀ ਪਾਰਟ ਹੈ, ਮਤਲਬ A ਸਬਸੈਟ ਹੈਗਾ ਆ ਯੂ ਦਾ, ਯੂ ਦੇ ਵਿੱਚੋਂ ਹੀ ਲਿਆ ਗਿਆ ਆ ਔਰ ਅਸੀਂ A ਕੰਪਲੀਮੈਂਟ ਚੈੱਕ ਕਰਨਾ ਹੈ। ਯਾਦ ਰੱਖਣਾ ਹੈ ਤੁਸੀਂ, ਜਿਹੜਾ A ਕੰਪਲੀਮੈਂਟ ਹੈ ਉਹ ਯੂਨੀਵਰਸਲ ਸੈੱਟ ਤੋਂ ਹੀ ਚੈੱਕ ਕਰਨਾ ਹੈ। ਹੁਣ ਤੁਸੀਂ ਦੇਖੋ A ਦੇ ਵਿੱਚ ਜਿਹੜੇ ਐਲੀਮੈਂਟਸ ਪ੍ਰੈਜ਼ੈਂਟ ਹੈ ਨਾ, A ਕੰਪਲੀਮੈਂਟ ਦੇ ਵਿੱਚ ਉਹ ਐਲੀਮੈਂਟਸ ਅਸੀਂ ਨਹੀਂ ਲਿਖਣੇ, ਉਸ ਤੋਂ ਉਲਟ ਲਿਖਣੇ ਹੈ। ਹੁਣ ਤੁਸੀਂ ਚੈੱਕ ਕਰੋ 1 2 3 6 ਔਰ 7 ਨੂੰ ਛੱਡ ਕੇ ਯੂਨੀਵਰਸਲ ਸੈੱਟ ਦੇ ਵਿੱਚ ਬਾਕੀ ਜਿਹੜੇ ਐਲੀਮੈਂਟਸ ਰਹਿ ਗਏ ਆ ਉਹ ਅਸੀਂ A ਕੰਪਲੀਮੈਂਟ ਦੇ ਵਿੱਚ ਲਿਖਾਂਗੇ। ਦੇਖੋ 1 ਤਾਂ ਅਸੀਂ ਨਹੀਂ ਲਿਖਾਂਗੇ ਕਿਉਂਕਿ ਉਹ A ਦੇ ਵਿੱਚ ਪ੍ਰੈਜ਼ੈਂਟ ਹੈ, 2 ਵੀ ਅਸੀਂ ਨਹੀਂ ਲਿਖਾਂਗੇ ਉਹ ਵੀ A ਦੇ ਵਿੱਚ ਪ੍ਰੈਜ਼ੈਂਟ ਹੈ, 3 ਵੀ ਨਹੀਂ ਲਿਖਾਂਗੇ ਉਹ ਵੀ A ਦੇ ਵਿੱਚ ਪ੍ਰੈਜ਼ੈਂਟ ਹੈ, 6 ਵੀ ਨਹੀਂ ਲਿਖਾਂਗੇ ਉਹ ਵੀ A ਦੇ ਵਿੱਚ ਪ੍ਰੈਜ਼ੈਂਟ ਹੈ ਔਰ 7 ਵੀ ਨਹੀਂ ਲਿਖਾਂਗੇ। ਸੋ ਕਿਹੜੇ ਕਿਹੜੇ ਰਹਿ ਗਏ? 4 ਔਰ 6। ਸੋ A ਕੰਪਲੀਮੈਂਟ ਕੀ ਹੋਇਆ ਸਾਡਾ? 5। ਹੁਣ ਸਾਡਾ ਸੈਕਿੰਡ ਟੌਪਿਕ ਹੈ ਯੂਨੀਅਨ ਆਫ ਅ ਸੈੱਟ। ਸਭ ਤੋਂ ਪਹਿਲਾਂ ਅਸੀਂ ਡਾਇਗਰਾਮ ਦੇ ਥਰੂ ਸਮਝਾਂਗੇ। ਮੰਨ ਲਓ ਆ ਤੁਹਾਡੇ ਕੋਲ ਦੋ ਸਰਕਲ ਹੈ, ਇੱਕ ਜੋ ਸਰਕਲ ਹੈ ਉਹਦਾ ਨਾਮ ਹੈਗਾ A ਔਰ ਇੱਕ ਜੋ ਸਰਕਲ ਹੈ ਉਹਦਾ ਨਾਮ B ਹੈ ਔਰ ਮੰਨ ਲਓ ਇਹ ਦੋਨੋਂ ਸੈੱਟਸ ਹੀ ਨੇ। ਹੁਣ ਅਸੀਂ ਫਾਈਂਡ ਆਊਟ ਕਰਨਾ ਆ ਇਹਨਾਂ ਦੋਨਾਂ ਦਾ ਰਿਲੇਸ਼ਨ। ਇਹਨਾਂ ਦੋਨਾਂ ਦਾ ਰਿਲੇਸ਼ਨ ਕੀ ਹੈ ਕਿ ਦੋਨੋਂ ਯੂਨੀਅਨ ਆਫ ਅ ਸੈੱਟ ਫਾਈਂਡ ਆਊਟ ਕਰਨਾ ਹੈ, ਮਤਲਬ A ਯੂਨੀਅਨ B। ਔਰ ਯੂਨੀਅਨ ਦਾ ਮਤਲਬ ਹੈ ਸਾਰਾ ਹੀ, ਮਤਲਬ ਇਸ ਯੂਨੀਅਨ ਦੇ ਵਿੱਚ A ਵੀ ਪ੍ਰੈਜ਼ੈਂਟ ਹੋਊਗਾ ਔਰ B ਵੀ ਪ੍ਰੈਜ਼ੈਂਟ ਹੋਊਗਾ। ਮਤਲਬ A ਦੇ ਵਿੱਚ ਜਿਹੜੇ ਸਾਰੇ ਐਲੀਮੈਂਟਸ ਹੈ ਉਹ ਵੀ ਇਹਦੇ ਵਿੱਚ ਲਿਖਾਂਗੇ ਔਰ B ਦੇ ਸਾਰੇ ਐਲੀਮੈਂਟਸ ਵੀ ਇਹਦੇ ਵਿੱਚ ਲਿਖਾਂਗੇ। ਸੋ ਯੂਨੀਅਨ ਆਫ ਅ ਸੈੱਟ ਮੀਨਸ ਇਹ ਸਾਰਾ ਹੀ ਕਵਰ ਹੋਊਗਾ, A ਵਾਲਾ ਪਾਰਟ ਵੀ ਔਰ B ਵਾਲਾ ਪਾਰਟ ਵੀ। ਹੁਣ ਸਟੂਡੈਂਟਸ ਅਸੀਂ ਇਹਨੂੰ ਇੱਕ ਐਗਜ਼ਾਮਪਲ ਲੈ ਕੇ ਸੋਲਵ ਕਰਾਂਗੇ। ਮੰਨ ਲਓ ਤੁਹਾਨੂੰ ਦੋ ਸੈੱਟ ਗਿਵਨ ਹੈ, ਇੱਕ A ਔਰ ਇੱਕ B। A ਦੇ ਵਿੱਚ ਐਲੀਮੈਂਟਸ ਹੈ A B C ਔਰ D ਔਰ B ਦੇ ਵਿੱਚ ਐਲੀਮੈਂਟਸ ਹੈ E F G ਔਰ H। ਮੰਨ ਲਓ ਇਹਦੇ ਵਿੱਚ A ਵੀ ਪ੍ਰੈਜ਼ੈਂਟ ਹੈ। ਹੁਣ ਅਸੀਂ ਫਾਈਂਡ ਆਊਟ ਕਰਨਾ ਆ ਦੋਨਾਂ ਦਾ ਯੂਨੀਅਨ, ਮਤਲਬ ਉਹਨੂੰ ਅਸੀਂ ਲਿਖਾਂਗੇ A ਯੂਨੀਅਨ B। ਯੂਨੀਅਨ ਆਫ ਅ ਸੈਟਸ ਨੂੰ ਕਿਸ ਤਰ੍ਹਾਂ ਲਿਖਾਂਗੇ? ਜਿਹੜੇ ਦੋ ਸੈਟਸ ਆ ਉਹਨਾਂ ਦੇ ਵਿੱਚ U ਪਾਵਾਂਗੇ, ਯੂਨੀਅਨ। ਹੁਣ ਦੇਖੋ ਯੂਨੀਅਨ ਦਾ ਮਤਲਬ ਸੀਗਾ ਕਿ ਸਾਰੇ ਐਲੀਮੈਂਟਸ ਹੋਣੇ ਚਾਹੀਦੇ ਆ, A ਦੇ ਵੀ ਸਾਰੇ ਐਲੀਮੈਂਟਸ ਇਹਦੇ ਵਿੱਚ ਲਿਖਾਂਗੇ ਔਰ B ਦੇ ਵੀ।
और याद रखना कोई भी एलीमेंट रिपीट नहीं होना चाहिए, क्योंकि स्टार्ट दे विच ही तुहानूं दस्सिया गया सीगा कि सैट्स की डेफिनेशन की हुंदी है जिहदे विच डिफरेंट ऑब्जैक्ट्स होण और एक वैल डिफाइंड ऑर्डर होवे। मतलब कोई भी ऑब्जैक्ट एक दूसरे नाल मैच नहीं करना चाहिए, अलग अलग एलीमेंट्स होने चाहिए है। हुण देखो सब तो पहले नंबर ते आपां ए तो लिखना स्टार्ट करते हैं। ए ਇਹਦੇ ਵਿੱਚ ਵੀ गया और ए बी ਦੇ ਵਿੱਚ ਵੀ है। ਇਹਨੂੰ दो ਵਾਰੀ नहीं लिखांगे, सिर्फ ਇੱਕੋ ਵਾਰੀ लिखांगे, क्योंकि सैट ਦੇ ਵਿੱਚ अलग अलग एलीमेंट्स प्रेजेंट होने चाहिए है, सेम एलीमेंट्स नहीं होने चाहिए। हुण नैक्सट देखो बी सी डी ई एफ जी और एच और ब्रैकेट क्लोज। और दिस इज़ अ यूनियन ऑफ अ सैट जिहदे विच सारे ही एलीमेंट्स प्रेजेंट होंदे है, बस वो सेम नहीं होने चाहिए और एक वैल डिफाइंड ऑर्डर दे विच होने चाहिए है। और नैक्सट टॉपिक इज़ इंटरसैक्शन ऑफ अ सैट। सो स्टूडेंट्स इनू भी पहला असीं एक डायग्राम के थ्रू समझांगे। फॉर एग्जाम्पल तुहाडे कोल दो सैट्स है, एक ए और बी। हुण इंटरसैक्शन का मतलब है कि जिथे इंटरसैक्ट करते पे और इहदा इंटरसैक्टिंग पार्ट किहड़ा है। अगर इंटरसैक्टिंग नहीं समझ आंदा तो इन्हां चों देखो कॉमन पार्ट किहड़ा है, यही वाला कॉमन पार्ट है। और दिस इज़ अ इंटरसैक्शन, ए और बी दी इंटरसैक्शन इस पार्ट ते हो रही है, मतलब जिहड़े कॉमन आ रहे हैं। सो इनू डिनोट करांगे ए इंटरसैक्शन बी दे नाल, और इहदा साइन हुंदा आ उल्टा यू कह लो। हुण इनू असीं एक एग्जाम्पल लैके समझांगे। मान लो तुहाडे कोल एक ए सैट गिवन है और एक बी सैट गिवन है, और तुसीं फाइंड आउट करना है ए इंटरसैक्शन बी। इंटरसैक्शन नू डिनोट करांगे दो सैट्स दे विच उहदा उल्टा यू बना के असीं साइन लिखना है ए इंटरसैक्शन बी। हुण इंटरसैक्शन का मतलब तुहानूं यही दस्सिआ है, उही पार्ट दे विच लिखांगे जो उन्हां दोनां दे विच कॉमन होगा, मतलब सेम होगा। देखो ए स्मॉल ए जो है वो कैपिटल जो ए सैट है ਉਹਦੇ ਵਿੱਚ प्रेजेंट है और स्मॉल ए बी सैट ਦੇ ਵਿੱਚ भी प्रेजेंट है। सो ਆਪਾਂ इंटरसैक्शन च लिखांगे। नैक्सट देखो सी जो है दोनों ਵਿੱਚ प्रेजेंट है और सी भी इंटरसैक्शन च लिखांगे। नैक्सट एफ बी च ਤੇ ਹੈਗਾ बट ए च नहीं हैगा, सो ਇਹਦੇ ਵਿੱਚ ਅਸੀਂ एफ नहीं लिखांगे, जी भी नहीं लिखांगे। ਹੁਣ ਤੁਸੀਂ चेक कर सकते हो ई जो है वो बी सैट च भी प्रेजेंट है और उपर वाले सैट च भी प्रेजेंट है, सो ਇਹਦੇ ਵਿੱਚ ई भी लिखांगे। दिस इज कॉल्ड इंटरसैक्शन ऑफ अ सैट्स। हुण स्टूडेंट्स असीं नैक्सट टॉपिक करना है डिफरेंस ऑफ अ सैट। मान लो तुहानूं दो सैट गिवन है, एक ए और एक बी। तुसीं डिफरेंस का मतलब की है माइनस, ठीक है। की करना है फाइंड आउट ए माइनस बी। हुण इहनूं थोड़ा केयरफुली सुनियो। देखो ए सैट दे विच तुहाडे कोल एलीमेंट्स प्रेजेंट है 1 2 3 4 और 5, और बी दे विच तुहाडे कोल प्रेजेंट है 1 2 4 6 और 7। तुसीं की करना है सेम एलीमेंट्स नू कैंसल आउट कर देना है। हुण देखो ए दे विच 1 प्रेजेंट है, बी दे विच भी, सो ए दोनों तो कैंसल हो गए। नैक्सट देखो 2 दोनों दे विच प्रेजेंट है, ए भी कैंसल आउट हो गया। होर एलीमेंट देख लो 4 दोनों दे विच प्रेजेंट है, भी कैंसल आउट हो गया। हुण देखो होर कुछ भी कैंसल नहीं हो रहा। ए दे विच किहड़े एलीमेंट्स बचे 3 और 5, और बी दे विच किहड़े एलीमेंट्स बचे 6 और 7। हुण क्वेश्चन ये अराइज हुंदा आ कि दोनों दे विचों किहड़े एलीमेंट्स तुसीं इहदे विच लिखोगे। याद रखना कैंसल आउट करके सेम एलीमेंट्स, और इस सैट दे विच तुसीं वो एलीमेंट्स लिखोगे जो फस्ट वाला होएगा। हुण इत्थे स्टार्टिंग ते ए लिखिया ना, इट मीनस इहदे विच असीं ए वाले एलीमेंट्स लिखांगे, दैट इज 3 और 5। हुण असीं उल्टा कर लैंदे आ, बी माइनस ए करते हैं। हुण देखो सेम एलीमेंट्स असीं कैंसल आउट कर दिते। हुण इहदे विच किहड़े एलीमेंट्स लिखांगे जो फस्ट नंबर ते सैट है, दैट इज बी। बी दे विच किहड़े एलीमेंट्स बचे है 6 और 7, सो इहदा आंसर की होया 6, 7। दिस इज अ डिफरेंस ऑफ अ सैट्स। स्टूडेंट्स एक और टॉपिक नोट कर लो, दैट इज़ डिसजॉइंट सैट्स। हुण सुपोज कर लो तुहाडे कोल दो सैट प्रेजेंट है, एक ए और एक बी, जो कि इत्थे लिखिया है। ए दे विच एलीमेंट्स है 1 2 और 3, और बी दे विच एलीमेंट्स है 4 5 और 6, और मैं इन्हां दी इंटरसैक्शन फाइंड आउट करनी है। ए इंटरसैक्शन बी।
ਹੁਣ ਤੁਸੀਂ ਦੇਖ ਸਕਦੇ ਹੋ ਇੰਟਰਸੈਕਸ਼ਨ ਦੇ ਵਿੱਚ ਤੇ ਅਸੀਂ ਕਾਮਨ ਪਾਰਟ ਲਿਖੀਦਾ ਜਿਹੜੇ ਦੋਨਾਂ ਦੇ ਵਿੱਚ ਪ੍ਰੈਜ਼ੈਂਟ ਹੋਵੇ। ਹੁਣ ਦੋਨਾਂ ਦੇ ਵਿੱਚ ਤੇ ਕੋਈ ਐਲੀਮੈਂਟ ਪ੍ਰੈਜ਼ੈਂਟ ਹੈਗਾ ਹੀ ਨਹੀਂ ਸੇਮ ਵਾਲਾ। ਇਹਦੇ ਪਹਿਲੇ ਦੇ ਵਿੱਚ 1 2 3 ਹੈ ਔਰ ਦੂਸਰੇ ਦੇ ਵਿੱਚ 4 5 6 ਹੈ। ਦੋਨਾਂ ਦੇ ਵਿੱਚ ਕੋਈ ਵੀ ਸੇਮ ਐਲੀਮੈਂਟ ਪ੍ਰੈਜ਼ੈਂਟ ਨਹੀਂ ਹੈ। ਦੈਟ ਮੀਨਸ ਇਹਦਾ ਆਨਸਰ ਕੀ ਆਏਗਾ? ਐਮਪਟੀ ਜਾਂ ਨਲ ਜਾਂ ਵੋਇਡ। ਇਹਨੂੰ ਤਿੰਨਾਂ ਨਾਮ ਦੇ ਨਾਲ ਅਸੀਂ ਬੁਲਾ ਸਕਦੇ ਹਾਂ। ਦੈਟ ਇਜ਼ ਐਮਪਟੀ ਸੈਟ, ਨਲ ਔਰ ਵੋਇਡ। ਦਿਸ ਇਜ਼ ਕਾਲਡ ਡਿਸਜੋਇੰਟ ਸੈਟਸ, ਮਤਲਬ ਜਿਹੜੇ ਆਪਸ 'ਚ ਮੇਲ ਹੀ ਨਾ ਖਾਂਦੇ ਹੋਣ, ਜਿਨ੍ਹਾਂ ਦਾ ਕੋਈ ਕਾਮਨ ਪਾਰਟ ਹੋਵੇ ਹੀ ਨਾ। ਸੋ ਆਰ ਲਾਸਟ ਟੋਪਿਕ ਇਜ਼ ਵੈਨ ਡਾਇਗਰਾਮਸ, ਜਿਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਆ। ਵੈਰੀ ਵੈਰੀ ਇੰਪੋਰਟੈਂਟ ਟੋਪਿਕ। ਸੋ ਸਟੂਡੈਂਟਸ ਦੇਖੋ ਕੀ ਲਿਖਿਆ, ਦ ਰਿਲੇਸ਼ਨ ਬਿਟਵੀਨ ਸੈਟਸ। ਜੋ ਸੈਟਸ ਹੈਗੇ ਨੇ ਉਹਨਾਂ ਦੇ ਵਿਚਕਾਰ ਦਾ ਰਿਲੇਸ਼ਨ ਕੈਨ ਬੀ ਇਲਸਟ੍ਰੇਟਡ ਬਾਈ ਸਰਟੇਨ ਡਾਇਗਰਾਮਸ ਕਾਲਡ ਵੈਨ ਡਾਇਗਰਾਮ। ਮੰਨ ਲਓ ਦੋ ਸੈਟਸ ਦੇ ਵਿੱਚ ਕੋਈ ਰਿਲੇਸ਼ਨ ਹੈਗਾ ਆ, ਠੀਕ ਹੈ। ਉਹ ਰਿਲੇਸ਼ਨ ਹੋ ਸਕਦਾ ਯੂਨੀਅਨ ਦਾ, ਉਹ ਰਿਲੇਸ਼ਨ ਹੋ ਸਕਦਾ ਹੈ ਇੰਟਰਸੈਕਸ਼ਨ ਦਾ, ਉਹ ਰਿਲੇਸ਼ਨ ਹੋ ਸਕਦਾ ਡਿਫਰੈਂਸ ਦਾ, ਉਹ ਰਿਲੇਸ਼ਨ ਹੋ ਸਕਦਾ ਹੈ ਕੰਪਲੀਮੈਂਟ ਦਾ, ਠੀਕ ਹੈ। ਅਗਰ ਇਹਨਾਂ ਸਾਰੇ ਰਿਲੇਸ਼ਨਸ ਨੂੰ ਅਸੀਂ ਡਾਇਗਰਾਮ ਦੇ ਥਰੂ ਸ਼ੋ ਕਰਦੇ ਹਾਂ, ਦੈਟ ਇਜ਼ ਕਾਲਡ ਵੈਨ ਡਾਇਗਰਾਮ। ਬਸ ਇਹਨੂੰ ਅਸੀਂ ਕੀ ਬੋਲਦੇ ਹਾਂ? ਵੈਨ ਡਾਇਗਰਾਮ। ਐਗਜ਼ਾਮਪਲ, ਹੁਣ ਅਸੀਂ ਇੱਕ ਸਰਟਨ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਇਹ ਤੁਹਾਡੇ ਕੋਲ ਇੱਕ ਯੂਨੀਵਰਸਲ ਸੈੱਟ ਹੈ, ਠੀਕ ਹੈ। ਉਹਦੇ ਵਿੱਚ ਦੋ ਸਬਸੈਟਸ ਪ੍ਰੈਜ਼ੈਂਟ ਹੈ। ਦੈਟ ਇਜ਼ ਇੱਕ ਦਾ ਨਾਮ ਹੈਗਾ A ਔਰ ਇੱਕ ਦਾ ਨਾਮ ਹੈਗਾ ਤੁਹਾਡੇ ਕੋਲ B। ਹੁਣ ਇਹਨਾਂ ਦਾ ਮੈਂ ਕੋਈ ਰਿਲੇਸ਼ਨ ਬਣਾਉਣਾ ਹੈ। ਮੰਨ ਲਓ ਮੈਂ ਇਹਨਾਂ ਦੋਨਾਂ ਦਾ ਰਿਲੇਸ਼ਨ ਲੈ ਰਹੀ ਹਾਂ A ਇੰਟਰਸੈਕਸ਼ਨ B ਦਾ, ਮਤਲਬ ਕੋਈ ਕਾਮਨ ਪਾਰਟ ਹੋਣਾ ਚਾਹੀਦਾ। ਔਰ ਕਾਮਨ ਪਾਰਟ ਕੀ ਹੈ? ਜੋ ਦੋਨਾਂ ਦਾ ਇੰਟਰਸੈਕਸ਼ਨ ਹੈ, ਇਹੀ ਕਾਮਨ ਪਾਰਟ ਹੈ ਨਾ, ਜੋ ਦੋਨਾਂ ਵਿੱਚ ਪ੍ਰੈਜ਼ੈਂਟ ਹੈ। ਮਤਲਬ A ਦਾ ਹਾਫ ਪਾਰਟ B 'ਚ ਵੀ ਆ ਰਿਹਾ ਔਰ B ਦਾ ਪਾਰਟ A 'ਚ ਵੀ ਆ ਰਿਹਾ। ਸੋ ਕਾਮਨ ਪਾਰਟ ਇਹੀ ਹੋਇਆ। ਦਿਸ ਇਜ਼ A ਇੰਟਰਸੈਕਸ਼ਨ B। ਹੁਣ ਅਸੀਂ ਕੀ ਕੀਤਾ, ਇੱਕ ਇੰਟਰਸੈਕਸ਼ਨ ਵਾਲੇ ਸੈਟਸ ਨੂੰ ਇੱਕ ਡਾਇਗਰਾਮ ਦੇ ਵਿੱਚ ਸ਼ੋ ਕੀਤਾ। ਦਿਸ ਇਜ਼ ਕਾਲਡ ਵੈਨ ਡਾਇਗਰਾਮ। ਇਸ ਤੋਂ ਇਲਾਵਾ ਵੀ ਅਸੀਂ ਕੋਈ ਐਗਜ਼ਾਮਪਲ ਲੈ ਸਕਦੇ ਹਾਂ। A ਯੂਨੀਅਨ B ਨੂੰ ਅਸੀਂ ਡਾਇਗਰਾਮ ਦੇ ਵਿੱਚ ਸ਼ੋ ਕਰ ਦਿੰਦੇ ਹਾਂ, ਉਹਨੂੰ ਵੀ ਅਸੀਂ ਵੈਨ ਡਾਇਗਰਾਮ ਬੋਲਾਂਗੇ। A ਮਾਈਨਸ B ਨੂੰ ਅਸੀਂ ਡਾਇਗਰਾਮ ਦੇ ਵਿੱਚ ਸ਼ੋ ਕਰ ਦਿੰਦੇ ਹਾਂ, ਉਹਨੂੰ ਵੀ ਅਸੀਂ ਵੈਨ ਡਾਇਗਰਾਮ ਬੋਲਾਂਗੇ। ਸੋ ਸਟੂਡੈਂਟਸ, ਆਈ ਹੋਪ ਕਿ ਤੁਹਾਨੂੰ ਅੱਜ ਦਾ ਟੋਪਿਕ ਸਮਝ ਆਇਆ ਹੋਵੇਗਾ। ਅਗਰ ਤੁਹਾਨੂੰ ਕਨਸੈਪਟਸ ਨਾਲ ਰਿਲੇਟਡ ਕੋਈ ਵੀ ਡਾਊਟ ਹੈ ਦੈਨ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ। ਥੈਂਕ ਯੂ।